ਕੱਲ ਬੀਜੇਪੀ ਦੇ ਵਿਧਾਇਕ ਦੇ ਕੱਪੜੇ ਲੀਰੋ ਲੀਰ ਕੀਤੇ ਗਏ, ਅਲਫ ਨੰਗਾ ਕੀਤਾ ਗਿਆ। ਵਿਰੋਧ ਸੀ ਕਿ ਕਿਸਾਨ ਜਦੋਂ ਉਹ ਪ੍ਰੈਸ ਕਾਨਫਰੰਸ ਕਰਨ ਪਹੁੰਚਦਾ ਤਾਂ ਉਦੋਂ ਦਾ ਵਿਰੋਧ ਕੀਤਾ ਜਾਂਦਾ। ਅਰੁਣ ਨਾਰੰਗ ਪਹੁੰਚੇ ਸੀਗੇ। ਅਰੁਣ ਨਾਰੰਗ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਖਿੱਚਤੋ ਹੋਈ ਸਭ ਦੇ ਸਾਹਮਣੇ ਆ। ਪਰ ਆਖਰਕਾਰ ਦੇਖਿਆ ਜਾਵੇ ਮਸਲਾ ਕਿਸਾਨੀ ਦੇ ਖੇਤੀ ਕਾਨੂੰਨਾਂ ਦਾ ਅੜਿਆ ਹੋਇਆ, ਜਿਸ ਤੋਂ ਬਾਅਦ ਰਲੀਆਂ ਮਿਲੀਆਂ ਪ੍ਰਤੀਕਿਰਿਆਵਾਂ ਨੇ ਕਿ ਇਸ ਮਾਮਲੇ ਨੂੰ ਲੈ ਕੇ ਹਾਲਾਂਕਿ ਜਿੱਥੇ ਸਾਰੀਆਂ ਧਿਰਾਂ ਨੇ ਨਿਰਾਸ਼ਾ ਵਿਅਕਤ ਕਰੀ ਹੈ ਕਿ ਇਸ ਤਰ੍ਹਾਂ ਦੀ ਜਿਹੜਾ ਵਿਰੋਧ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੇ ਇਸ ਤਰ੍ਹਾਂ ਦੀ ਹਾਲਤ ਕੀਤੀ ਜਾਵੇ, ਦੂਜੇ ਪਾਸੇ ਨਾਲੋਂ ਨਾਲ ਇਹ ਕਿ ਆਖਰਕਾਰ ਰੋਹ ਵੱਧ ਰਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਮਸਲਾ ਹੱਲ ਕਰੂਗੀ। ਸਾਡੇ ਨਾਲ ਹਰਜੀਤ ਗਰੇਵਾਲ ਹੈਗੇ ਨੇਗੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਆਖਰਕਾਰ ਮਸਲੇ ਦੇ ਹੱਲ ਕੰਨੀ ਵਧਿਆ ਜਾਊਗਾ ਕਿਉਂਕਿ ਹਾਲਾਤ ਇਹ ਵਿਗੜਦਿਆਂ ਦੀ ਨਿਸ਼ਾਨੀ ਆ। ਗਰੇਵਾਲ ਸਾਹਿਬ, ਅਰੁਣ ਨਾਰੰਗ ਨਾਲ ਜੋ ਹੋਇਆ, ਕੀ ਸਮਝਦੇ ਹੋ ਕਿ ਆਖਰਕਾਰ ਲੋਕਾਂ ਦਾ ਵਿਰੋਧ ਹੀ ਇੰਨਾ ਜ਼ਿਆਦਾ ਵੱਧ ਗਿਆ ਕਿ ਆਖਰਕਾਰ ਘਟਨਾ ਨਿੰਦਣਯੋਗ ਆ, ਪਰ ਹਾਲਾਤ ਇਹੋ ਜਿਹੇ ਕਿਉਂ ਬਣੇ? ਕਿਉਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵਿੱਚ ਰੋਹ ਵੱਧਦਾ ਹੀ ਜਾ ਰਿਹਾ ਹੈ। ਕਈ ਮਹੀਨੇ ਹੋ ਗਏ ਬੈਠੇ ਨੇ ਉੱਥੇ। ਇਹ ਲੋਕ ਨਹੀਂ ਹੈਗੇ, ਇਹ ਕਿਸਾਨ ਨਹੀਂ ਹੈਗੇ, ਇਹ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਸਾਰਾ। ਔਰ ਇਹ ਚੰਦ ਲੋਕ ਨੇ ਜਿਹੜੇ ਕਿਸਾਨ ਦੇ ਮੋਢੇ ਦਾ ਇਸਤੇਮਾਲ ਕਰਕੇ, ਉਹਦੇ 'ਚ ਪੋਲੀਟੀਕਲ ਪਾਰਟੀਆਂ ਵੀ ਨੇ ਕਿਉਂਕਿ ਇਹਦੇ 'ਚ ਕਾਂਗਰਸ ਦੇ ਲੋਕ ਆਇਡੈਂਟੀਫਾਈ ਕੀਤੇ ਗਏ ਔਰ ਕੁਝ ਕਿਸਾਨ ਸੰਗਠਨਾਂ ਨਾਲ ਜੁੜੇ ਲੋਕ ਵੀ ਨੇ, ਤੇ ਇਹ ਸਮਝਦੇ ਆ ਕਿ ਇੱਥੇ ਕਾਨੂੰਨ ਦਾ ਰਾਜ ਪੰਜਾਬ 'ਚ ਹੈ ਨਹੀਂ। ਜੇ ਕਾਨੂੰਨ ਦਾ ਰਾਜ ਹੋਵੇ, ਕਾਨੂੰਨ ਸਖਤ ਕਾਰਵਾਈ ਕਰੇ, ਤੇ ਇਹ ਅਰਾਜਕਤਾ ਜਿਹੀ ਸਥਿਤੀ ਬਣਦੀ ਜਾ ਰਹੀ ਹੈ। ਇਹਦੇ ਲਈ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਰਾਜ ਧਰਮ ਦਾ ਪਾਲਣ ਕਰਨਾ ਚਾਹੀਦਾ। ਮੁੱਖ ਮੰਤਰੀ ਪੰਜਾਬ ਨੇ ਉਹ ਰਾਜ ਧਰਮ ਦਾ ਪਾਲਣ ਨਹੀਂ ਕਰ ਰਹੇ, ਉਹ ਆਪਦੇ ਰਾਜਸੀ ਹਿੱਤ ਸਾਧ ਰਹੇ ਆ ਇਹਦੇ ਨਾਲ ਕਿ ਬੀਜੇਪੀ ਨੂੰ ਦਵਾ ਲਾਂਗੇ ਔਰ ਲੋਕ ਮੇਰੇ ਫੇਵਰ 'ਚ ਹੋ ਜਾਣਗੇ। ਇਹ ਵੀ ਉਹਨਾਂ ਨੂੰ ਗਲਤਫਹਿਮੀ ਆ। ਇਸ ਤਰ੍ਹਾਂ ਕਦੇ ਨਹੀਂ ਹੋਏ, ਝੂਠ ਬਹੁਤੀ ਦੇਰ ਨਹੀਂ ਚੱਲਦਾ। ਦੂਸਰੀ ਗੱਲ, ਜੇ ਉਹ ਸੋਚਣ ਕਿ ਇਹਦੇ ਨਾਲ ਕਾਨੂੰਨ ਜਿਹੜੇ ਆ ਉਹ ਰਿਪੀਲ ਹੋ ਜਾਣਗੇ, ਉਹ ਇਸ ਗੱਲ ਨਾਲ ਕਾਨੂੰਨ ਵੀ ਰਿਪੀਲ ਨਹੀਂ ਹੋਣੇ। ਇਹ ਤਾਂ ਆਪਸੀ ਪ੍ਰੇਮ ਨਾਲ ਹੀ, ਗੱਲਬਾਤ ਕਰਕੇ ਹੀ, ਗੱਲਬਾਤ ਨਾਲ ਹੀ ਹੱਲ ਨਿਕਲਦਾ। ਠੀਕ ਹੈ, ਤੇ ਇਹ ਜਿਹੜਾ ਬਿਨਾਂ ਗੱਲਬਾਤ ਤੋਂ ਇਹ ਧੱਕਾ ਕਰਕੇ ਸੋਚਦੇ ਆ ਵੀ ਅਸੀਂ ਇਹ ਕਰ ਲਾਂਗੇ, ਇਹਦੇ ਨਾਲ ਤਾਂ ਮਾਹੌਲ ਹੀ ਵਿਗੜੇਗਾ। ਇੱਕ ਜਨਤਕ ਨੁਮਾਇੰਦਾ ਵਿਧਾਇਕ ਜਿਹੜਾ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ, ਉਹਨੂੰ 50-60 ਹਜ਼ਾਰ ਲੋਕਾਂ ਨੇ ਵੋਟ ਪਾ ਕੇ ਚੁਣਿਆ, ਉਹਦੇ ਨਾਲ। ਔਰ ਅਰੁਣ ਨਾਰੰਗ ਜੀ ਬਾਰੇ ਤਾਂ ਇਹ ਹੈ ਕਿ ਬਹੁਤ ਹੀ ਸ਼ਰੀਫ ਤੇ ਸੱਜਣ ਵਿਅਕਤੀ ਨੇ, ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕਰਨਾ, ਇਸ ਤਰ੍ਹਾਂ ਦੀ ਗੱਲ ਕਰਨਾ, ਪੁਲਿਸ ਦੀ ਮੌਜੂਦਗੀ 'ਚ ਕਰਨਾ, ਠੀਕ ਹੈ, ਪ੍ਰਸ਼ਾਸਨ ਦੀ ਮੌਜੂਦਗੀ 'ਚ ਕਰਨਾ, ਇਹ ਇੱਕ ਬਹੁਤ ਮੰਦਭਾਗੀ ਘਟਨਾ। ਔਰ ਇਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸ਼ਰਮਸਾਰ ਹੋਣਾ ਚਾਹੀਦਾ। ਔਰ ਜੇ ਉਹ ਸੋਚਣ ਕਿ ਇਸ ਤਰ੍ਹਾਂ ਕਾਨੂੰਨ ਰੱਦ ਹੋਣਗੇ, ਉਹਨਾਂ ਨੂੰ ਸਾਰੀਆਂ ਗੱਲਾਂ ਅਸੀਂ ਕਿਸਾਨ ਦੀਆਂ ਮੰਨ ਲਈਆਂ। ਉਹ ਇੱਕ ਜਿੱਦ 'ਤੇ ਨੇ, ਅੜੀ 'ਤੇ ਨੇ। ਉਹ ਕਿਸਾਨ ਨਹੀਂ ਜਿੱਦ ਕਰ ਰਹੇ, ਇਹ ਚੰਦ ਕਿਸਾਨ ਲੀਡਰ ਉਹ ਕਰ ਰਹੇ ਆ। ਪਰ ਹਾਲਾਤ ਇਹੋ ਜਿਹੇ ਤਾਈਓ ਬਣਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੋਕ ਬੈਠੇ ਨੇ, ਉਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਲਗਾਤਾਰ ਕਿਸ ਤਰ੍ਹਾਂ ਦੇ ਨਾਲ ਲੋਕ ਬੈਠੇ ਨੇਗੇ ਉੱਥੇ। ਇੰਨੇ ਮਹੀਨੇ ਹੋ ਗਏ, ਉਦੋਂ ਬਾਅਦ ਚ ਰੋਹ ਲਗਾਤਾਰ ਵੱਧ ਰਿਹਾ ਹੈ। ਬੀਜੇਪੀ ਲੀਡਰ ਕਹਿੰਦੇ ਨੇ ਵੀ ਜਿਵੇਂ ਤੁਸੀਂ ਵੀ ਕਿਹਾ ਵੀ ਐਂ ਕਾਨੂੰਨ ਰੱਦ ਨਹੀਂ ਹੋਣੇ, ਪਰ ਕਾਨੂੰਨ ਰੱਦ ਨੂੰ ਲੈ ਕੇ ਜਦ ਐਡਾ ਵੱਡਾ ਮੂਵਮੈਂਟ ਚੱਲ ਰਿਹਾ ਤਾਂ ਤੁਸੀਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੋ। ਫਿਰ ਉਹੀ ਗੱਲ ਉੱਠ ਕੇ ਆ ਜਾਂਦੀ ਹੈ, ਕਿਸਾਨ ਲੀਡਰ ਵੀ ਕਹਿ ਦਿੰਦੇ ਨੇ, ਕਿਸਾਨ ਵੀ ਕਹਿੰਦੇ ਨੇ ਕਿ ਜਦੋਂ ਤੁਸੀਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੋ ਤਾਂ ਇੱਕ ਅੜੀ ਬੀਜੇਪੀ ਕਰਨੀ ਵੀ ਕਿਉਂ ਬਣੀ ਹੋਈ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ? ਰੱਦ ਕਰਕੇ ਤੁਸੀਂ ਅਗਲੇ ਨਵਿਆਂ ਦੀ ਤਿਆਰੀ ਕਰ ਲਓ। ਅਰੇ ਭਾਈ, ਨਵਾਂ ਪੁਰਾਣਾ ਕਾਨੂੰਨ ਕੀ ਹੁੰਦਾ? ਇੱਕ ਮਿੰਟ ਸਮਝੋ, ਨਵਾਂ ਪੁਰਾਣਾ ਕਾਨੂੰਨ ਕੁਛ ਨਹੀਂ ਹੈ। ਕਾਨੂੰਨ ਤਾਂ ਇੱਕ ਪੇਪਰ ਦੇ ਉੱਪਰ ਜੋ ਮਦਾਂ ਲਿਖੀਆਂ ਹੋਈਆਂ ਨੇ ਉਹੀ ਹੈ ਨਾ। ਕਾਨੂੰਨ ਉਹੀ ਹੈ ਨਾ ਜੋ ਪੇਪਰ ਤੇ ਮਦਾਂ ਲਿਖੀਆਂ ਨੇ। ਤੇ ਜਦੋਂ ਇਹ ਕਹਿਤਾ ਕਿ ਇਹਨੂੰ ਹੋਲਡ ਤੇ ਪਾ ਦਿੰਦੇ ਆ, 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ, 5 ਦੀ ਸਰਕਾਰ ਦੇ ਦਿੰਦੀ ਆ, ਜੋ ਮਦਾਂ ਇਹਦੇ 'ਚ ਭਰਨੀਆਂ ਨੇ ਉਹ ਭਰ ਲਓ, ਜੋ ਕੱਟਣੀਆਂ ਨੇ ਕੱਟ ਦਿਓ, ਹੋਰ ਰੱਦ 'ਚ ਕੀ ਰਹਿ ਗਿਆ? ਫਿਰ ਇਹਨਾਂ ਨੂੰ ਇਹ ਵੀ ਕਿਹਾ ਕਿ ਵੀ ਕਾਨੂੰਨ ਜਿਹੜਾ ਤੁਹਾਨੂੰ ਮਾਡਲ ਐਕਟ ਦੇ ਦਿੰਦੇ ਆ। ਹੁਣ ਬਹੁਤ ਸਾਰੇ ਲੋਕਾਂ ਨੂੰ ਅਧਿਐਨ ਕਰਦੇ ਨਹੀਂ, ਟੀਵੀ ਡਿਬੇਟ 'ਤੇ ਵੀ ਚਲੇ ਜਾਂਦੇ ਆ। ਮੈਂ ਇਸੇ ਕਰਕੇ ਡਿਬੇਟ 'ਤੇ ਜਾਣਾ ਅੱਜ ਕੱਲ੍ਹ ਬੰਦ ਕੀਤਾ ਹੋਇਆ, ਕਿਉਂਕਿ ਉਹ ਲੈਵਲ ਡਿਬੇਟ ਵਾਲੇ ਲੋਕਾਂ ਦਾ ਰਹਿ ਨਹੀਂ ਗਿਆ ਕਿ ਪੂਰੀ ਸਟੱਡੀ ਕਰਕੇ ਅਧਿਐਨ ਕਰਕੇ ਜਾਂਦੇ ਨਹੀਂ ਔਰ ਪਾਰਟੀ ਦੀਆਂ ਗੱਲਾਂ ਬਾਇਸਡ ਹੋ ਕੇ ਬੋਲਦੇ ਆ। ਤੇ ਉਹ ਹੁਣ ਮਾਡਲ ਐਕਟ ਕੀ ਹੈ? ਮਾਡਲ ਐਕਟ ਇਹ ਹੈ ਕਿ ਕੋਈ ਵੀ ਕਾਨੂੰਨ ਜਿਹੜਾ ਭਾਰਤ ਸਰਕਾਰ ਨੇ ਬਣਾਇਆ, ਉਹ ਸਟੇਟਾਂ ਨੂੰ ਕਹਿਤਾ ਕਿ ਵੀ ਆਹ ਮਾਡਲ ਐਕਟ ਤੁਹਾਨੂੰ ਦੇਤਾ, ਇਸ ਦੇ ਮੁਤਾਬਕ ਇਹ ਕਾਨੂੰਨ ਲਾਗੂ ਕਰਨਾ ਇਹ ਕਰ ਲਓ, ਨਹੀਂ ਕਰਨਾ ਨਾ ਕਰੋ, ਇਹਦੇ 'ਚ ਅਮੈਂਡਮੈਂਟਸ ਕਰਕੇ ਕਰਨਾ ਤਦ ਕਰ ਲਓ, ਤੇ ਇਹ ਤੁਹਾਡੀ ਸਟੇਟ ਦੀ ਇੱਛਾ 'ਤੇ ਹੋ ਗਿਆ। ਜਿਸ ਤਰ੍ਹਾਂ ਜਦੋਂ ਹਟਾਉਣਾ ਨੂੰ ਹਟਾ ਦਿਓ, ਜਿਵੇਂ APMC ਐਕਟ ਸੀ, ਉਹ ਪਹਿਲਾਂ ਬਿਹਾਰ ਨੇ ਲਾਗੂ ਕਰ ਲਿਆ ਸੀ, ਉਹ ਮਾਡਲ ਐਕਟ ਹੈ, ਤੇ ਪੰਜਾਬ 'ਚ ਹੈ, ਹਰਿਆਣਾ 'ਚ ਵੀ ਹੈ, ਤੇ ਬਿਹਾਰ ਨੇ ਲਾਗੂ ਕਰ ਲਿਆ। ਬਿਹਾਰ ਦੀ ਜਦੋਂ ਨਹੀਂ ਉਹਨਾਂ ਨੂੰ ਠੀਕ ਲੱਗਿਆ, ਉਹਨਾਂ ਨੇ ਹਟਾਤਾ ਉੱਥੋਂ, ਹੁਣ ਨਹੀਂ ਹੈਗਾ APMC ਉੱਥੇ। ਇਸ ਤਰ੍ਹਾਂ ਉਹਨਾਂ ਨੂੰ ਕਿਹਾ ਸੀ।
ਇਸ ਤੇ ਪਹਿਲਾਂ ਰਾਜੇਵਾਲ ਜੀ ਤੇ ਬਾਕੀ ਕਿਸਾਨ ਲੀਡਰਾਂ ਨਾਲ ਗੱਲ ਹੋਈ, ਉਹ ਮੰਨ ਗਏ ਸੀ। ਉਸ ਵੇਲੇ ਅਸੀਂ ਕਰਵਾ ਨਹੀਂ ਪਾਏ। ਜਦੋਂ ਬਾਅਦ ਚ ਫਿਰ ਕਿਹਾ ਕਿ ਹੁਣ ਕਰਵਾ ਦਿੰਦੇ ਆ, ਫਿਰ ਉਹ ਨਹੀਂ ਮੰਨੇ। ਉਹਨਾਂ ਨੂੰ ਆਨੰਦ ਆਉਣ ਲੱਗ ਗਿਆ ਐਜੀਟੇਸ਼ਨ 'ਚ। ਔਰ ਕੁਝ ਜਿਹੜੇ ਇਹ ਕਮਿਊਨਿਸਟ ਨੇ ਤੇ ਇਹ ਵਿਚਾਰਧਾਰਾ ਦੇ ਲੋਕ ਲੈਫਟਿਸਟ ਨੇ, ਇਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਮੰਨਣ ਨਹੀਂ ਦਿੰਦੇ, ਕਿਸੇ ਗੱਲ ਤੇ ਆਉਣ ਨਹੀਂ ਦਿੰਦੇ। ਇਹਨਾਂ ਦਾ ਅੰਦੋਲਨ ਚਲਾਉਣਾ ਹੁੰਦਾ ਇਹਨਾਂ ਲੋਕਾਂ ਨੇ, ਤੇ ਇਹ ਜਿੱਥੇ ਵੀ ਜਾ ਕੇ ਝੰਡਾ ਲਾਉਂਦੇ ਆ, ਕਿਸੇ ਫੈਕਟਰੀ ਤੇ ਲਾ ਦੇਣ, ਬੰਦ ਕਰਵਾ ਕੇ ਜਾਂਦੇ ਆ। ਇਹ ਕਿਸਾਨ ਦਾ ਵੀ ਨੁਕਸਾਨ ਕਰਨਗੇ। ਕਿਸਾਨ ਦੀਆਂ ਤਾਂ ਲਗਭਗ ਸਾਰੀਆਂ ਗੱਲਾਂ ਅਸੀਂ ਮੰਨ ਲਈਆਂ। ਰਾਜੇਵਾਲ ਨੇ, ਡੱਲੇਵਾਲ ਨੇ, ਲੱਖੋਵਾਲ ਨੇ, ਜੇ ਕਹੀਏ ਕਿ ਬਥੇਰੇ ਕਿਸਾਨ ਯੂਨੀਅਨਾਂ ਹੈਗੀਆਂ ਨੇ ਨਾਲ, ਤਾਂ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਕਮਿਊਨਿਸਟ ਨਹੀਂ ਮੰਨਣ ਦਿੰਦੇ, ਪਰ ਜੇ ਇਹ ਹੁਣ ਤਾਂ ਕਮਿਊਨਿਸਟ ਵੀ ਇਹ ਗੱਲ ਕਹਿਣ ਲੱਗੇ, ਜਦੋਂ ਦਾ ਤੁਸੀਂ ਕਮਿਊਨਿਸਟਾਂ ਨੂੰ ਸਿੱਧਾ ਟਾਰਗੇਟ ਕਰਿਆ, ਉਹ ਕਹਿੰਦੇ ਵੀ ਠੀਕ ਆ ਸਾਨੂੰ ਨਹੀਂ ਮਨਾਉਣਾ, ਨਾ ਮਨਾਓ, ਪਰ ਇਹਨਾਂ ਨੂੰ ਮਨਾ ਲਓ। ਫਿਰ ਇਹ ਕਿਸਾਨ ਯੂਨੀਅਨ ਤਾਂ ਇਹ ਤਾਂ ਸਮਝਦੀਆਂ ਹੋਣੀਆਂ ਵੀ ਇਹ ਸਾਡੇ ਹਿੱਤ ਦਾ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਜੇ ਤੁਹਾਡੀ ਉਹਨਾਂ ਨਾਲ ਗੱਲ ਹੋਈ। ਮੈਂ ਤੁਹਾਨੂੰ ਹੀ ਦੱਸ ਦੇਣਾ, ਇਹ ਤਾਂ ਲੇਮੈਨ ਵੀ ਸਮਝ ਜੂਗਾ। ਤੁਸੀਂ ਤਾਂ ਫਿਰ ਪੱਤਰਕਾਰ ਹੋ, ਇੰਟੈਲੈਕਚੁਅਲ ਹੋ, ਤੇ ਇਹਦੇ 'ਚ ਤਾਂ ਇਹ ਸਿੱਧੀ ਗੱਲ ਆ ਵੀ ਆਹ ਕਾਨੂੰਨ ਤੁਹਾਨੂੰ ਮਾਡਲ ਐਕਟ ਦਿੱਤਾ, ਕਿਸੇ ਨੇ ਲਾਗੂ ਕਰਨਾ ਕਰ ਲੇ, ਕਿਸੇ ਨੇ ਨਹੀਂ ਕਰਨਾ ਨਾ ਕਰ ਲੇ। ਇਹਦੇ ਜ਼ਬਰਦਸਤੀ ਕੋਈ ਹੈ ਹੀ ਨਹੀਂ। ਪਰ ਐਮਐਸਪੀ ਵਾਲਾ ਕਲੋ ਨਾ ਇਹਦੇ 'ਚ ਰਹਿ ਜੇ ਵੀ ਐਮਐਸਪੀ ਤੁਸੀਂ ਕਾਨੂੰਨ ਤਾਂ ਠੀਕ ਆ, ਕੋਈ ਸਟੇਟ ਮੰਨੂ ਨਾ ਮੰਨੂਗੀ, ਪਰ ਐਮਐਸਪੀ ਦੇ ਉੱਤੇ ਖਤਰਾ, ਕਿਉਂਕਿ ਜੇ ਸੈਂਟਰ ਇਹ ਕਹਿੰਦਾ ਵੀ ਅਸੀਂ ਤਾਂ ਇਹ ਕਾਨੂੰਨ ਲਾਗੂ ਕਰ ਲਿਆ, ਕੱਲ ਨੂੰ ਐਮਐਸਪੀ ਉੱਡ। ਗੱਲ ਸੁਣ ਲਓ, ਐਮਐਸਪੀ ਦਾ ਕਾਨੂੰਨ ਬਣ ਸਕਦਾ, ਐਮਐਸਪੀ ਦੀ ਸਾਰੀ ਖਰੀਦ ਸਰਕਾਰ ਨਹੀਂ ਕਰ ਸਕਦੀ। ਸਰਕਾਰ ਦੀ ਕੈਪੈਸਿਟੀ ਨਹੀਂ ਹੈ। ਉਸ 280 ਮਿਲੀਅਨ ਟਨ ਅਨਾਜ ਪੈਦਾ ਹੁੰਦਾ, 78 ਮਿਲੀਅਨ ਟਨ ਅਨਾਜ ਪੀਡੀਐਸ ਦੇ ਲਈ ਸਰਕਾਰ ਖਰੀਦ ਕਰਦੀ ਹੈ ਐਮਐਸਪੀ ਤੇ, ਠੀਕ ਹੈ। ਐਮਐਸਪੀ ਦੇ 60% ਖਰੀਦ ਪੰਜਾਬ 'ਚ ਹੁੰਦੀ ਹੈ, 30% ਹਰਿਆਣੇ 'ਚ ਹੁੰਦੀ ਹੈ, 10% ਨੈਸ਼ਨਲ ਕੈਪੀਟਲ ਟੈਰੀਟਰੀ ਵੈਸਟਰਨ ਯੂਪੀ 'ਚ ਹੁੰਦੀ ਹੈ, ਠੀਕ ਹੈ। ਤੇ ਉਹ ਜੇ ਉਹਦੇ ਲਈ ਕਾਨੂੰਨ ਬਣਾ ਦੇਣਗੇ, ਕਾਨੂੰਨ ਪੂਰੇ ਦੇਸ਼ ਲਈ ਇੱਕ ਹੋਊਗਾ। ਹੁਣ ਕਣਕ ਜਿਹੜੀ ਹੈ ਉਹ 10 ਰਾਜਾਂ 'ਚ ਹੁੰਦੀ ਹੈ, ਝੋਨਾ ਜਿਹੜਾ ਉਹ 23 ਰਾਜਾਂ 'ਚ ਹੁੰਦਾ, ਠੀਕ ਹੈ। ਤੇ ਉਹ ਫਿਰ 23 ਰਾਜਾਂ 'ਚੋਂ ਤੇ 10 ਰਾਜਾਂ 'ਚੋਂ ਬਰਾਬਰ ਦੀ ਖਰੀਦ ਹੋਊ। ਪੰਜਾਬ 'ਚ 6% ਖਰੀਦ ਰਹਿ ਜੂਗੀ, ਠੀਕ ਹੈ। ਦੂਸਰੀ, ਜੇ ਕਾਨੂੰਨ ਬਣਵਾ ਲੈਂਦੇ ਆ ਵੀ ਉਸ ਤੋਂ ਘੱਟ ਨਾ ਖਰੀਦਿਆ ਜਾਵੇ, ਉਹ ਕਿਸਾਨਾਂ ਨੂੰ ਕਹਿਤਾ ਕਿ ਭਾਈ ਐਮਐਸਪੀ ਤੇ ਤੁਸੀਂ ਕਾਨੂੰਨ ਬਣਾਉਣਾ ਚਾਹੁੰਦੇ ਹੋ ਤਾਂ 5 ਮੈਂਬਰ ਦੀ ਕਮੇਟੀ ਦੇ ਦਿਓ, 5 ਦੀ ਸਰਕਾਰ ਦੇ ਦਿੰਦੀ ਹੈ। ਬੈਠ ਕੇ ਜਿਹੋ ਜਿਹਾ ਕਾਨੂੰਨ ਤੁਸੀਂ ਚਾਹੁੰਦੇ ਹੋ, ਜੋ ਮਦਾਂ ਉਹਦੇ 'ਚ ਲਿਖਣਾ ਚਾਹੁੰਦੇ ਲਿਖ ਲਓ, ਬਣਾ ਲਓ। ਉਹਨਾਂ ਨੂੰ ਸਾਰੀ ਗੱਲ ਪਤਾ। ਉਸ ਨੂੰ ਉਹ ਖਤਮ ਨਹੀਂ ਕਰਨੇ, ਸਰਕਾਰ ਤਾਂ ਤਿਆਰ ਹੈ ਇਹਦੇ ਲਈ। ਸੁਖਪਾਲ ਖਹਿਰਾ ਹੋਰਾਂ ਨੇ ਵੀ ਸਾਡੇ ਯਾਦ ਆ ਇੱਕ ਲੈਟਰ ਲਿਖਿਆ ਸੀਗਾ ਪ੍ਰਧਾਨ ਮੰਤਰੀ ਨੂੰ, ਇਹੀ ਚੀਜ਼ ਉਹਨਾਂ ਨੇ ਪੂਰਾ ਇੱਕ ਜ਼ਿਕਰ ਕਰਿਆ ਸੀ। ਉਹ ਕਹਿੰਦੇ ਵੀ ਜੰਮੂ ਕਸ਼ਮੀਰ ਮੰਨੇ ਨਾ ਮੰਨੇ, ਐਸੀ ਮੰਨੀਏ ਨਾ ਮੰਨੀਏ, ਸਾਨੂੰ ਖੁੱਲਾ ਛੱਡ ਦਿਓ ਇਹਦੇ 'ਚ। ਜਿਹੜੀ ਗੱਲ ਤੁਸੀਂ ਮਾਡਲ ਐਕਟ ਦੀ ਕਰੀ ਆ, ਇਹ 'ਚ ਦੇਰੀ ਹੋ ਗਈ ਜਾਂ ਸ਼ੁਰੂਆਤ ਦੀ ਇਹ ਗੱਲ ਸੀ? ਕਿਉਂਕਿ ਜੇ ਇਸ ਗੱਲ ਨੂੰ ਸੀ, ਜੇ ਸੁਖਪਾਲ ਖਹਿਰਾ ਚਿੱਠੀ ਲਿਖਦੇ ਨੇ ਤਾਂ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਸਹਿਮਤੀ ਸੀ। ਦੇਖੋ, ਦੇਰੀ ਹੋਈ ਇਹ ਮੈਂ ਮੰਨਦਾ। ਸੁਖਪਾਲ ਖਹਿਰਾ ਨੂੰ ਕਹੋ ਜੇ ਹੁਣ ਉਹ ਐਗਰੀ ਨੇ ਚੱਲਣ ਨਾਲ, ਦੂਸਰੇ ਐਗਰੀਕਲਚਰ ਮਿਨਿਸਟਰ ਨੂੰ ਕਹਿਣ ਮੈਂ ਚੱਲਦਾ ਨਾਲ, ਕਿਸਾਨ ਹਿੱਤ 'ਚ ਜਾਣ ਨੂੰ ਤਿਆਰ ਹਾਂ। ਤੇ ਦੂਸਰੇ ਦਿਨ ਗੱਲ ਹੋ ਜੂਗੀ, ਖਤਮ ਹੋ ਜੂਗੀ ਗੱਲ। ਜੇ ਖਤਮ ਕਰਨਾ ਚਾਹੁੰਦੇ ਆ ਤੇ ਐਕਸਪੋਜ਼ ਵੀ ਹੋ ਜਾਣਗੇ, ਜੇ ਨਹੀਂ ਕਰਨਗੇ, ਜਿਹੜੇ ਨਹੀਂ ਕਰਨਾ ਚਾਹੁੰਦੇ। ਪਰ ਕਿਸਾਨ ਲੀਡਰਾਂ ਨਾਲ ਗੱਲ ਹੋਈ ਮਾਡਲ ਐਕਟ ਤੇ? ਹੋਈ ਪਹਿਲਾਂ ਤਾਂ ਜੈਸ ਕਰ ਗਏ ਸੀ, ਉਸ ਤੋਂ ਬਾਅਦ ਕਹਿਣ ਲੱਗੇ, ਜਦੋਂ ਹੁਣ ਬਾਅਦ 'ਚ ਗੱਲ ਹੋਈ, ਬਾਅਦ 'ਚ ਅਸੀਂ ਕਰਵਾਉਣ 'ਚ ਦੇਰੀ ਹੋ ਗਈ ਸਾਡੇ ਕੋਲੋਂ। ਸਾਨੂੰ ਵੀ ਤਾਂ ਸਰਕਾਰ ਨੂੰ ਕਹਿਣਾ ਪੈਂਦਾ, ਦੱਸਣਾ ਪੈਂਦਾ। ਸਰਕਾਰ ਨੇ ਆਪਦਾ ਸੋਚਣਾ ਕੀ ਕਰਨਾ। ਸਾਡੇ ਕਹਿਣ ਤੇ ਤਾਂ ਸਾਰੀਆਂ ਗੱਲਾਂ ਨਹੀਂ ਸਰਕਾਰ ਕਰਦੀ। ਤੇ ਮੈਂ ਤਾਂ ਪਾਰਟ ਨਹੀਂ ਹੈਗਾ ਨਾ ਗਵਰਨਮੈਂਟ ਦਾ, ਮੈਂ ਤਾਂ ਇੱਕ ਪਾਰਟੀ ਦਾ ਬੰਦਾ, ਬੀਜੇਪੀ ਦਾ, ਤੇ ਉਹ ਵਿੱਚ ਪੈ ਕੇ ਗੱਲਬਾਤ ਕਰ ਰਹੇ ਆ। ਉਹ ਸਹੀ ਹੋਇਆ ਨਾ। ਤੇ ਉਹਦੇ 'ਚ ਅਸੀਂ ਤੇ ਜਾਣੀ ਜਿਹਨੇ ਜਦੋਂ ਤੱਕ ਉਹ ਗੱਲ ਕਰਵਾਈ, ਪ੍ਰਧਾਨ ਮੰਤਰੀ ਜੀ ਨੂੰ ਮਿਲੇ ਤੇ ਉਹਨਾਂ ਨੇ ਕਿਹਾ, ਤਾਂ ਉਸ ਵੇਲੇ ਤੱਕ ਇਹ ਕਿਸਾਨ ਮਨਾ ਕਰ ਗਏ। ਇਹ ਕਿਸਾਨ ਨਹੀਂ ਮਨਾ ਕਰਦੇ। ਮੈਂ ਕਿਸਾਨਾਂ ਦਾ ਨਾਮ ਗਲਤ ਰੱਖ, ਚੰਦ ਕਿਸਾਨ ਲੀਡਰ ਜਿਨ੍ਹਾਂ 'ਚ ਇਹ ਰਾਜੇਵਾਲ ਵੀ ਹੈ, ਬਾਕੀ ਵੀ ਹੈ, ਪਹਿਲਾਂ ਜੈਸ ਕਰਕੇ ਫਿਰ ਨੋ ਕਰ ਗਏ। ਹੁਣ ਤਾਂ ਰਾਜੇਵਾਲ ਜੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਉਹ ਸੀਐਮ ਦੀ ਫੀਲ ਲੈ ਰਹੇ ਆ ਮੇਰੇ ਖਿਆਲ। ਹੋਣੀ ਵੀ ਚਾਹੀਦੀ ਆ, ਸਾਡੇ ਬਜ਼ੁਰਗ ਆ, ਬਣ ਜਾਣ ਮੁੱਖ ਮੰਤਰੀ। ਮੈਂ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਅਗਰ ਹੋਊਗੀ ਰਾਜੇਵਾਲ ਜੀ ਦੇ ਬਣਨ ਦੀ ਤਾਂ ਮੈਨੂੰ ਹੋਊਗੀ, ਕਿਉਂਕਿ ਬੜਾ ਭਲਾ ਆਦਮੀ ਹੈ, ਵੈਸੇ ਕਿਸਾਨ ਹਿੱਤ ਦੀ ਗੱਲ ਕਰਦੇ ਆ ਤੇ ਸਾਡੇ ਬਜ਼ੁਰਗ ਨੇ। ਪਰ ਉਹਨਾਂ ਨੂੰ ਸੱਚ ਬੋਲਣਾ ਚਾਹੀਦਾ। ਉਹ ਕਈ ਗੱਲਾਂ ਨੂੰ ਮਨਾ ਕਰ ਜਾਂਦੇ ਆ ਗੱਲਬਾਤ ਕਰਕੇ। ਮੇਰੀ ਤਾਂ ਹੋਈ ਨਹੀਂ, ਮੇਰੀ ਤਾਂ ਪਤਾ ਨਹੀਂ ਕਿਉਂ ਡਰਦੇ ਆ, ਮੈਨੂੰ ਤਾਂ ਇਹ ਨਹੀਂ ਸਮਝ ਆਇਆ। ਉਹ ਇੰਨਾ ਸੱਚਾ ਸੁੱਚਾ ਬੰਦਾ ਫਿਰ ਕਿਉਂ ਡਰ ਰਿਹਾ, ਮੇਰੇ ਨਹੀਂ ਸਮਝ ਆਈ। ਨਹੀਂ, ਸੱਚਾ ਸੁੱਚਾ ਤਾਂ ਜੀ ਤਾਈਓ ਕਰਕੇ ਹੋ ਜਾਂਦਾ, ਤਾਈਓ ਕਿਸਾਨਾਂ ਦੇ ਜੇ ਦੇਖਿਆ ਜਾਵੇ ਇਸ ਤਰ੍ਹਾਂ ਦੇ ਨਾਲ ਲੀਡਰ ਮੋੜ ਹੀ ਹੈਗੇ ਨੇਗੇ। ਪਰ ਜਿਵੇਂ ਹੁਣ ਕੱਲ ਵਾਲੀ ਘਟਨਾ ਹੋਈ, ਇਹਦੇ ਨੂੰ ਲੈ ਕੇ ਫਿਰ ਕੇਂਦਰ ਨਾਲ ਗੱਲ ਹੋਈ, ਕੇਂਦਰ ਨੇ ਵੀ ਸਮਝਿਆ ਹੋਣਾ ਕਿ ਆਖਰ ਲੋਕਾਂ 'ਚ ਰੋਸ਼ ਕਿੰਨਾ ਵੱਧ ਗਿਆ। ਬੇਸ਼ੱਕ ਨਿੰਦਣੀ ਹੈ, ਸਾਰਿਆਂ ਨੇ ਇਹਦੀ ਨਿੰਦਾ ਕੀਤੀ ਹੈਗੀ, ਕੱਲ ਵੀ ਕੀਤੀ ਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬਕਾਇਦਾ ਕਿ ਸਖਤ ਕਾਰਵਾਈ ਹੋਊਗੀ, ਪਰਚਾ ਵੀ ਹੋਗਾ 307 ਦਾ। ਇੱਕ ਮੈਸੇਜ ਹੈ ਜਿਹੜਾ ਸੈਂਟਰ ਨੇ ਇਹ ਗੱਲ ਸਮਝੀ ਕਿ ਰੋਸ਼ ਕਿੰਨਾ ਵੱਧ ਗਿਆ ਲੋਕਾਂ 'ਚ। ਨਹੀਂ, ਇਹ ਰੋਸ਼ ਲੋਕਾਂ ਦਾ ਨਹੀਂ ਹੈ, ਇਹ ਚੰਦ ਗਰੋਹਾਂ ਦਾ ਰੋਸ਼ ਆ। ਉਹ ਜਿਹੜੇ ਆ ਧਮਕੀਆਂ ਦਿੰਦੇ ਆ, ਮੈਨੂੰ ਵੀ ਬਹੁਤ ਧਮਕੀਆਂ ਆਉਂਦੀਆਂ ਰੋਜ਼, ਤੇਰੇ ਨਾਲ ਆਹ ਕਰਾਂਗੇ, ਤੇਰੇ ਨਾਲ ਉਹ ਕਰਾਂਗੇ। ਇਹ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਇਹ ਨਹੀਂ ਕਰਦੇ, ਔਰ ਇਸ ਨੂੰ ਗਲੋਰੀਫਾਈ ਪਤਾ ਕੀ ਕਰਦੇ ਆ। ਕੱਲ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ
ਉਹ ਵੀ ਕਿਸਾਨ ਇੱਕ ਨੇਤਾ, ਉਹ ਕੱਲ ਕਹਿ ਰਿਹਾ ਸੀ ਇਹੀ ਕੁਝ ਕਰਾਂਗੇ ਬੀਜੇਪੀ ਵਾਲਿਆਂ ਨਾਲ। ਮੈਂ ਉਦੋਂ ਹੀ ਕਹਿਣਾ ਸ਼ੁਰੂ ਕੀਤਾ ਕਿ ਇਹਦੇ ਮੁਕੱਦਮਾ ਦਰਜ ਕਰੋ, ਜਿਹੜਾ ਟੀਵੀ ਤੇ ਆ ਕੇ ਇੱਦਾਂ ਬੋਲਦਾ। ਉਹਨਾਂ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ, ਉਹਨਾਂ ਨਾਲ ਸਖਤ ਹੋਣਾ ਚਾਹੀਦਾ ਜਿਹੜੇ ਇੱਦਾਂ ਦੀਆਂ ਹਰਕਤਾਂ ਕਰਨ, ਲੋਕਾਂ ਨੂੰ ਭੜਕਾਉਣ। ਲੱਖੋਵਾਲ ਤੇ ਜ਼ਰੂਰ ਇਸ ਕੇਸ 'ਚ ਦਰਜ ਹੋਣਾ ਚਾਹੀਦਾ, ਉੱਤੇ ਇਹਦੇ 'ਚ ਲੈਣਾ ਚਾਹੀਦਾ ਉਹਨੂੰ। ਤੇ ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ, ਇਹ ਕੋਈ ਸਮਝਦਾਰ ਲੋਕ ਕਰਦੇ ਆ ਇਹ ਗੱਲਾਂ। ਪਰ ਗਰੇਵਾਲ ਸਾਹਿਬ, ਜਿਵੇਂ ਬੰਦ ਹੋਇਆ, ਤੁਸੀਂ ਬੰਦ ਵੀ ਦੇਖਿਆ ਹੋਣਾ, ਪੂਰਨ ਬੰਦ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ, ਕਿਉਂਕਿ ਪਰੇਸ਼ਾਨੀ ਤਾਂ ਦੇਖੋ ਕਿਤੇ ਨਾ ਕਿਤੇ ਹੁੰਦੀ ਆ, ਪਰ ਲੋਕਾਂ ਨੇ ਬੜਾ ਵੱਡਾ ਸਾਥ ਦਿੱਤਾ ਕਿਸਾਨਾਂ ਦਾ ਕਿ ਪੂਰਾ ਬੰਦ ਕਾਮਯਾਬ ਕਰ। ਫਿਰ ਸਾਥ ਵਾਲਿਆਂ ਨਾਲ ਕੀ ਕੀਤਾ ਉਹਨਾਂ ਨੇ? ਇਹ ਖਾਲੀ ਕਿਸਾਨਾਂ ਨੇ ਬੰਦ ਨਹੀਂ ਕੀਤਾ, ਬੰਦ ਪੰਜਾਬ ਸਰਕਾਰ ਨੇ ਵੀ ਕੀਤਾ। ਪੰਜਾਬ ਸਰਕਾਰ ਦਾ ਬਰਦਹਸਤ ਸੀ, ਬਾਕੀ ਕਿਤੇ ਜ਼ਿਆਦਾ ਇਹਦਾ ਪ੍ਰਭਾਵ ਨਹੀਂ ਪਿਆ। ਰੇਲਵੇ ਦਾ ਆ ਗਿਆ ਨਾ ਕਿ 5% ਹੀ ਪ੍ਰਭਾਵ ਸੀ ਪੂਰੇ ਦੇਸ਼ 'ਚ, ਇਸ ਤੋਂ ਜ਼ਿਆਦਾ ਨਹੀਂ ਸੀ। ਤਾਂ ਉਸੇ ਤਰ੍ਹਾਂ ਦਾ ਬਾਕੀ ਬੰਦ ਦਾ ਅਸਰ ਸੀ। ਪਰ ਪੰਜਾਬ ਦੇ ਅੰਦਰ ਸਰਕਾਰ ਦਾ ਬਰਦਹਸਤ ਆ। ਸਾਡੇ ਤੇ ਵੀ ਜਿਹੜੇ ਹਮਲੇ ਹੋ ਰਹੇ ਆ ਉਹ ਗਵਰਨਮੈਂਟ ਸਪਾਂਸਰਡ ਨੇ ਸਾਰੇ, ਤੇ ਉਹ ਸਰਕਾਰ ਵੱਲੋਂ ਹੋ ਰਹੇ ਆ। ਜੇ ਇਹਨਾਂ ਤੇ ਸਖਤੀ ਹੋਵੇ, ਕਾਨੂੰਨ ਤੋੜਨ ਵਾਲਿਆਂ ਤੇ, ਸਾਡੇ ਤੇ ਹਮਲੇ ਕਰਨ ਵਾਲਿਆਂ ਤੇ ਸਖਤੀ ਹੋਵੇ, ਤਾਂ ਮੈਂ ਸਮਝਦਾ ਕਿ ਫਿਰ ਇਦਾਂ ਦੇ ਹਮਲੇ ਨਹੀਂ ਹੋ ਸਕਦੇ। ਜਿਹੜਾ ਤੁਸੀਂ ਮਾਡਲ ਐਕਟ ਦੀ ਗੱਲ ਕਰੀ, ਹੁਣ ਡੈਡਲੌਕ ਜਿਹੜਾ ਬਣਿਆ ਹੋਇਆ, ਇਸ ਵਿਸ਼ੇ ਤੇ ਗੱਲ ਦੇ ਨਾਲ ਖੁੱਲ ਸਕਦਾ, ਦੁਬਾਰੇ ਗੱਲਬਾਤ ਹੋ ਸਕਦੀ ਹੈ? ਕਿਉਂਕਿ ਚਲੋ ਇੱਕ ਚੀਜ਼ ਦਾ, ਜਿਵੇਂ ਆਪਾਂ ਕਹਿੰਦੇ ਕਈ ਵਾਰ ਕੋਈ ਚੀਜ਼ ਦਾ ਬਹਾਨਾ ਹੁੰਦਾ, ਜਾਂ ਕਹੀਏ ਕਿ ਉਸ ਚੀਜ਼ ਨੂੰ ਮੰਨਿਆ ਜਾਵੇ, ਬੇਸ਼ੱਕ ਚਲੋ ਬਾਅਦ ਦੀ ਗੱਲ ਨੇ, ਕਿਉਂਕਿ ਕਿਸਾਨ ਯੂਨੀਅਨਾਂ ਵੀ ਆਪਸ 'ਚ ਚਰਚਾ ਕਰਨ ਜਾਂ ਇਸ ਮੁੱਦੇ ਨੂੰ ਲੈ ਕੇ ਅੱਗੇ ਵਧੇ। ਤੇ ਨਾਲੋਂ ਨਾਲ ਹੁਣ ਕਹਿ ਸਕਦੇ ਹਾਂ, ਕਿਉਂਕਿ ਕਿਸਾਨ ਲੀਡਰਾਂ ਨਾਲ ਅਸੀਂ ਜਦੋਂ ਗੱਲ ਕਰੀ ਸੀਗੀ ਰਾਜੇਵਾਲ ਹੋਰਾਂ ਨਾਲ, ਲਾਸਟ ਜਦੋਂ ਗੱਲ ਕਰੀ ਹੈਗੀ, ਜਦੋਂ ਗਏ ਨੇਗੇ ਬੰਗਾਲ ਦੇ ਦੌਰੇ ਕਰਨ ਜਾ ਰਹੇ ਸੀ, ਤਾਂ ਉਹ ਕਹਿੰਦੇ ਸੀਗੇ ਕਿ ਕਹਿ ਦਿੰਦੇ ਨੇ ਬੀਜੇਪੀ ਦੇ ਲੀਡਰ ਖੁੱਲੇ ਦਰਵਾਜ਼ੇ ਨੇ, ਪਰ ਅਜੇ ਤੱਕ ਦੁਬਾਰੇ ਉਹਨਾਂ ਨੇ ਕੋਈ ਸਾਨੂੰ ਇਨਵਾਈਟ ਨਹੀਂ ਭੇਜਿਆ, ਸਾਨੂੰ ਬੁਲਾਇਆ ਨਹੀਂ ਹੈਗਾ ਉਹਨਾਂ ਨੇ, ਅਸੀਂ ਕਿਵੇਂ ਚੱਲ ਜੀਏ ਉਹਨਾਂ? ਦੇਖੋ, ਉਹਨਾਂ ਨੂੰ ਜੇ ਉਹ ਕਹਿਣ ਕੋਈ ਨਿਮੰਤਰਣ ਜਾਊਗਾ, ਉਹ ਨਹੀਂ ਇਸ ਵੇਲੇ ਜਾਣਾ। ਐਗਰੀਕਲਚਰ ਮਿਨਿਸਟਰ ਨੇ ਸਾਡੇ ਨਰਿੰਦਰ ਸਿੰਘ ਤੋਮਰ ਜੀ, ਉਹਨਾਂ ਨੇ ਕਹਿਤਾ ਸੀ ਕਿ ਕੋਈ ਆਪਾਂ ਇਹ ਪ੍ਰਪੋਜ਼ਲਾਂ ਸਾਰੀਆਂ ਡਿਸਕਸ ਕਰ ਲਈਆਂ, ਤੁਹਾਡੀਆਂ ਸਾਰੀਆਂ ਗੱਲਾਂ ਅਸੀਂ ਮੰਨ ਲਈਆਂ, ਉਸ ਦੇ ਬਾਅਦ ਤੁਸੀਂ ਅੰਦੋਲਨ ਖਤਮ ਨਹੀਂ ਕਰਨਾ ਚਾਹੁੰਦੇ। ਹੁਣ ਜੇ ਤੁਹਾਡੇ ਕੋਲ ਕੋਈ ਪ੍ਰਪੋਜ਼ਲ ਹੋਵੇ ਸਾਨੂੰ ਦੇ ਦੇਣਾ, ਉਹਦੇ 'ਤੇ ਆਪਾਂ ਫਿਰ ਬੈਠ ਲਾਂਗੇ। ਹੁਣ ਜਿਹੜੀ ਪ੍ਰਪੋਜ਼ਲ 'ਤੇ ਅਸੀਂ ਈਵਨ ਸਾਡੇ ਮਿਨਿਸਟਰਸ ਨੇ ਵੀ, ਸੈਂਟਰਲ ਮਿਨਿਸਟਰਸ ਨੇ ਕਈ ਕਿਸਾਨ ਲੀਡਰਾਂ ਨਾਲ ਗੱਲ ਕੀਤੀ, ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਕੋਈ ਪ੍ਰਪੋਜ਼ਲ ਆ ਤਾਂ ਮੇਰੇ ਕੋਲ ਆ ਜਾਓ, ਸਾਡੇ ਕੋਲ ਆ ਜਾਓ, ਸਾਨੂੰ ਦੱਸੋ। ਮੈਂ ਇਹ ਕਹਿੰਦਾ ਈਵਨ ਮੈਨੂੰ ਵੀ ਦੱਸ ਦੇਣ, ਠੀਕ ਹੈ, ਜਾਂ ਕਿਸੇ ਹੋਰ ਤੇ ਜਿਸ ਤੇ ਵਿਸ਼ਵਾਸ ਕਰਦੇ ਉਹਨੂੰ ਦੱਸ ਦੇਣ, ਜਾਂ ਖਹਿਰਾ ਸਾਹਿਬ ਨੂੰ ਹੀ ਦੱਸ ਦੇਣ ਕਿ ਕਿਹੜੀ ਪ੍ਰਪੋਜ਼ਲ ਤੇ। ਖੈਰ ਤੁਹਾਨੂੰ ਈਡੀ 'ਚ ਦੇਖਿਆ ਜਾਵੇ ਕਿਤੇ ਨਾ ਕਿਤੇ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰੀ। ਦੇਖੋ, ਨਾ ਹਰ ਆਦਮੀ ਦੇ ਆਪਦੇ ਕਰਮ ਹੁੰਦੇ ਆ, ਜੇ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਹਨਾਂ ਦੇ ਖਿਲਾਫ ਕੁਝ ਨਹੀਂ ਹੋਣਾ। ਮੈਂ ਫੇਰ ਕਹਿਣਾ ਖਹਿਰਾ ਸਾਹਿਬ ਅੱਛੇ ਵਧੀਆ ਬੰਦੇ ਆ ਔਰ ਵਧੀਆ ਪਬਲਿਕ ਦੀ ਗੱਲ ਰੱਖਦੇ ਸੀ। ਇਹ ਬਹੁਤ ਘੱਟ ਲੀਡਰ ਹੁੰਦੇ ਆ ਇੱਦਾਂ ਦੇ ਜਿਹੜੇ ਇੱਦਾਂ ਆ ਕੇ ਬੋਲਦੇ ਆ ਔਰ ਜਿਨ੍ਹਾਂ ਦੀ ਗੱਲ ਥੋੜੀ ਬਹੁਤ ਅਪੀਲ ਵੀ ਕਰਦੀ। ਖਹਿਰਾ ਸਾਹਿਬ ਵੀ ਉਹਨਾਂ ਚੋਂ ਇੱਕ ਨੇ, ਤੇ ਮੈਂ ਕੋਈ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਇਸ ਤਰ੍ਹਾਂ ਨਿੱਜੀ ਤੌਰ ਤੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਬਾਕੀ ਕਿਸੇ ਨਾਲ ਕਰ ਲਓ। ਜੇ ਕਿਸਾਨ ਕਿਸੇ ਗੱਲ ਤੇ ਆਉਂਦੇ ਆ ਤੇ ਅਸੀਂ ਫਿਰ ਜਾ ਕੇ ਚਾਰਾਜੋਈ ਕਰ ਸਕਦੇ ਹਾਂ, ਔਰ ਦੂਜੇ ਦਿਨ ਹੀ ਮੀਟਿੰਗ ਹੋ ਜੂਗੀ ਜਦੋਂ ਇਹ ਕਹਿ ਦੇਣਗੇ ਵੀ ਸਾਡੀ ਇਸ ਗੱਲ ਤੇ ਗੱਲ ਖਤਮ ਹੋਣੀ ਹੈ। ਸਾਰੇ ਆਪਸ਼ਨ ਓਪਨ ਨੇ, ਦੱਸਣ ਤਾਂ ਸਹੀ ਕਿੱਥੇ ਖਤਮ ਕਰਨਾ। ਹੁਣ ਉਹ ਮੀਟਿੰਗ 'ਚ ਜਾਣ, ਜਿਹੜੀਆਂ 7-7 ਘੰਟੇ 11 ਮੀਟਿੰਗਾਂ ਹੋਈਆਂ, ਕੀ ਹੋਇਆ ਉਹਦੇ 'ਚ? ਇੱਕ ਉਹ ਲੈ ਕੇ ਤਖਤੀ ਲੈ ਕੇ ਬੈਠ ਕੇ ਜਿੱਤਾਂਗੇ ਜਾਂ ਮਰਾਂਗੇ, ਇਹ ਕੋਈ ਗੱਲ ਨਹੀਂ ਹੈ। ਇਹ ਤਾਂ ਉਹ ਮਿਨਿਸਟਰ ਜਿਹੜੇ ਬੈਠੇ ਗੱਲ ਕਰ ਰਹੇ ਉਹਨਾਂ ਦਾ ਅਪਮਾਨ ਆ। ਉਹਨਾਂ ਦੀ ਸਹਿਨਸ਼ੀਲਤਾ ਇੰਨੀ ਸੀ ਕਿ ਉਹਨਾਂ ਨੇ ਫਿਰ ਵੀ ਕਿਸੇ ਗੱਲ ਤੇ ਆਬਜੈਕਸ਼ਨ ਨਹੀਂ ਕੀਤਾ, ਫਿਰ ਜੈਸ ਔਰ ਨੋ ਤਖਤੀ ਲੈ ਕੇ ਬੈਠ ਗਏ ਔਰ ਮੂੰਹ ਤੇ ਉਂਗਲ ਰੱਖ ਲਈ, ਫਿਰ ਪਿੱਠ ਕਰਕੇ ਬੈਠ ਕੇ ਵੀ ਇਸ ਤੋਂ ਤੁਹਾਡੀ ਗੱਲ ਹੀ ਨਹੀਂ ਸੁਣਨੀ, ਤੇ ਕੁਰਸੀਆਂ ਘੁਮਾ ਲਈਆਂ। ਇਹ ਕੋਈ ਗੱਲਬਾਤ ਕਰਨ ਦਾ ਤਰੀਕਾ ਨਹੀਂ, ਆਪਣੇ ਕਲਚਰ 'ਚ ਵੀ ਇਹ ਗੱਲਾਂ ਨਹੀਂ ਹੈਗੀਆਂ। ਤੇ ਇਹ ਕਿਸਾਨਾਂ ਦੀ ਅਗਵਾਈ ਕੀ ਕਰਨਗੇ, ਜਿਹਨਾਂ ਨੂੰ ਕਿਸਾਨ ਤਾਂ ਆਪਣੇ ਮਹਿਮਾਨ ਨਿਵਾਜ਼ੀ ਲਈ ਪੰਜਾਬ ਦੇ ਅੰਦਰ ਵੀ ਔਰ ਹਰਿਆਣਾ ਦੇ ਅੰਦਰ ਵੀ ਜਾਣਿਆ ਜਾਂਦਾ। ਦੇਖਣਾ ਹੋਊਗਾ ਹੁਣ, ਕਿਉਂਕਿ ਕੱਲ ਦੀ ਘਟਨਾ ਤੋਂ ਬਾਅਦ ਜੇ ਦੇਖਿਆ ਜਾਵੇ, ਇੱਕ ਪਾਸੇ ਜਿੱਥੇ ਕਿਤੇ ਨਾ ਕਿਤੇ ਮੈਸੇਜ ਕੇਂਦਰ ਤੱਕ ਗਿਆ ਤਾਂ ਦੂਜੇ ਪਾਸੇ ਇਸ ਚੀਜ਼ ਦੀ ਨਿਖੇਧੀ ਵੀ ਹੋਈ ਆ। ਹਾਲਾਂਕਿ ਅਰਜੀਤ ਗਰੇਵਾਲ ਵੀ ਇਸ ਪੂਰੀ ਗੱਲ ਦੀ ਨਿਖੇਧੀ ਕਰ ਰਹੇ ਨੇ, ਪਰ ਨਾਲੋਂ ਨਾਲ ਹੁਣ ਜੇ ਕਹੀਏ ਡੈਡਲੌਕ ਦੇ ਵਿੱਚ ਹੁਣ ਇੱਕ ਇਹ ਨਵੀਂ, ਚਾਹੇ ਇਹਨੂੰ ਪ੍ਰਪੋਜ਼ਲ ਸਮਝ ਲਿਆ ਜਾਵੇ, ਚਾਹੇ ਕਿਹਾ ਜਾਵੇ ਕਿ ਆਖਰ ਫੈਸਲਾ ਲੈਣ 'ਚ ਖੁਦ ਮੰਨਦੇ ਨੇ ਕਿ ਦੇਰੀ ਹੋਗੀ, ਪਰ ਇੰਨਾ ਜ਼ਰੂਰ ਹੈ ਕਿ ਹੁਣ ਇੱਕ ਸਾਹਮਣੇ ਮਾਡਲ ਐਕਟ ਹੈ। ਮਾਡਲ ਐਕਟ ਨੂੰ ਲੈ ਕੇ ਦੇਖਣਾ ਹੋਊਗਾ ਕਿ ਦੁਬਾਰੇ ਕਿਸਾਨੇ ਤੇ ਚਰਚਾ ਕਰਨਗੇ, ਕਿਉਂਕਿ ਜਿਹੜੀ ਗੱਲ ਸੁਖਪਾਲ ਖਹਿਰਾ ਹੋਰਾਂ ਨੇ ਚਿੱਠੀ 'ਚ ਲਿਖ ਕੇ ਘੱਲੀ ਸੀ ਕਿ ਕੋਈ ਸੂਬਾ ਇਸ ਕਾਨੂੰਨ ਨੂੰ ਮੰਨੇ ਨਾ ਮੰਨੇ, ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਕਹੀਏ ਤਾਂ ਕੇਂਦਰ ਤੋਂ ਆਵਾਜ਼ ਆਉਣੀ ਸ਼ੁਰੂ ਹੋ ਗਈ ਆ। ਹਰਜੀਤ ਗਰੇਵਾਲ ਖੁਦ ਕਹਿੰਦੇ ਨੇ ਕਿ ਜੇ ਉਹ ਇਸ ਗੱਲ ਨੂੰ ਲੈ ਕੇ ਤਿਆਰ ਨਹੀਂ ਤਾਂ ਮੈਂ ਖੁਦ ਜਾਣ ਨੂੰ ਤਿਆਰ ਹਾਂ ਤੇ ਇਸ ਗੱਲ ਤੇ ਪਹਿਰਾ ਦੇਵਾਂਗਾ। ਖੈਰ ਦੇਖਣਾ ਹੋਊਗਾ ਕਿ ਹੁਣ ਇਹ ਨਵਾਂ ਮਾਡਲ ਐਕਟ ਦਾ ਜਿਹੜਾ ਮੈਸੇਜ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਆਊਗਾ ਜਾਂ ਇਹ 'ਚ ਵੀ ਕੋਈ ਭੇਤ ਨੇਗੇ, ਕਿਉਂਕਿ ਜਿਵੇਂ ਜਿਵੇਂ ਹੁਣ ਅੱਗੇ ਗੱਲਾਂ ਚੱਲਣਗੀਆਂ ਤਾਂ ਇਸ ਦੇ ਉੱਤੇ ਵੀ ਚਰਚਾ ਹੋਣੀ ਸ਼ੁਰੂ ਹੋ ਗਈ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸੁਮਿਤ ਸਿੰਘ, ਚੰਡੀਗੜ੍ਹ।